ਸੰਗਰੂਰ ਦੇ ਵਿੱਚ ਜੇਕਰ ਕਿਸੇ ਨੇ ਅਮਰੀਕਨ ਬੁਲੀ ਜਾਂ ਪਿਟਬੁਲ ਆਪਣੇ ਘਰਾਂ ਦੇ ਵਿੱਚ ਰੱਖਿਆ ਤਾਂ ਇਹਨਾਂ ਤੇ ਰੋਕ ਲਗਾ ਦਿੱਤੀ ਗਈ ਹੈ ਔਰ ਇਸ ਦੇ ਪਿੱਛੇ ਵੱਡਾ ਕਾਰਨ ਕੀ ਹੈ, ਕਿਸ ਤਰ੍ਹਾਂ ਦਾ ਖਤਰਾ ਹੈ ਔਰ ਬੈਨ ਕਿਉਂ ਲਗਾਇਆ ਗਿਆ, ਕਿ ਇਹ ਬੈਨ ਪਹਿਲੇ ਲੱਗ ਜਾਣਾ ਚਾਹੀਦਾ ਸੀਗਾ ਔਰ ਇਸ ਨੂੰ ਇੰਨਾ ਲੇਟ ਕਿਉਂ ਕੀਤਾ ਗਿਆ ਔਰ ਕੀ ਇਹ ਬੈਨ ਸਹੀ ਹੈ ਜਾਂ ਗਲਤ ਹੈ। ਸਾਨੂੰ ਬੈਨ ਲੱਗਣਾ ਚਾਹੀਦਾ ਔਨ ਅਗਰੈਸਿਵ ਬਰੀਡਸ ਐਂਡ ਪੀਪਲ ਜਿਹੜੇ ਇਹ ਬਰੀਡਿੰਗ ਕਰ ਰਹੇ ਹੈ ਸਿਰਫ ਡੌਗ ਫਾਈਟ ਵਾਸਤੇ, ਜਿਹੜਾ ਇਲੀਗਲ ਹੈ। ਬੱਚਿਆਂ ਦੇ ਨਾਲ ਖੇਡਦੇ ਆ, ਕੁਛ ਨਹੀਂ ਕਹਿੰਦੇ ਕਿਸੇ ਨੂੰ, ਘਰੇ ਦੂਜੇ ਬਜ਼ੁਰਗਾਂ ਨਾਲ ਖੇਡਦੇ ਆ, ਕੁਛ ਨਹੀਂ ਕਹਿੰਦੇ ਕਿਸੇ ਨੂੰ। ਫਿਰ ਇੱਕ ਪਿਟਬੁਲ ਨੂੰ ਸਿੰਗਲ ਆਊਟ ਕਰਨਾ ਕਿ ਵੀ ਇਹ ਬਰੀਡ ਮਾੜੀ ਹੈ ਤੇ ਉਹ 'ਤੇ ਬੈਨ ਲਾਣਾ ਇਜ਼ ਹਾਫ ਆਫ ਦ ਸਟੋਰੀ। ਮੇਰੇ ਹਿਸਾਬ ਨਾਲ ਇਟ ਸ਼ੁੱਡ ਬੀ ਅ ਬੈਨ ਔਨ ਅਗਰੈਸਿਵ ਬਰੀਡਸ ਐਂਡ ਸਟੂਪਿਡ ਪੀਪਲ ਜਿਹੜੇ ਬਰੀਡ ਨੂੰ ਚੰਗੀ ਤਰ੍ਹਾਂ ਪਾਲ ਕੇ ਵੱਡਾ ਨਹੀਂ ਕਰ ਰਹੇ, ਅਗਰੈਸਿਵਲੀ ਯੂਜ਼ ਕਰ ਰਹੇ, ਫਾਈਟ ਵਾਸਤੇ ਯੂਜ਼ ਕਰ ਰਹੇ। ਇਹ ਦੇਰੀ ਤਾਂ ਨਹੀਂ ਹੋਗੀ ਸਰਕਾਰ ਵੱਲੋਂ ਕਿ ਜੇਕਰ ਇਹ ਕਿਹਾ ਜਾ ਰਿਹਾ ਕਿ ਅਗਰੈਸਿਵ ਹੈ ਔਰ ਜਾਨ ਨੂੰ ਖਤਰਾ ਹੈ ਤਾਂ ਫਿਰ ਘਰਾਂ ਦੇ ਵਿੱਚ ਵੀ ਰੋਕ ਲਗਾ ਦਿੱਤੀ ਗਈ ਹੈ, ਤਾਂ ਪਹਿਲੇ ਹੀ ਲਗਾ ਦੇਣਾ ਚਾਹੀਦਾ ਸੀ। ਅਗਰੈਸਿਵ ਡੌਗਸ 'ਤੇ ਬੈਨ ਲੱਗਣਾ ਚਾਹੀਦਾ ਕਿਉਂਕਿ ਹਿਊਮਨ ਲਾਈਫ ਹਮੇਸ਼ਾ ਹੀ ਬੈਟਰ ਰਹਿੰਦੀ ਹੈ ਕਿ ਜੇ ਅਗਰੈਸਿਵ ਡੌਗ ਨੇੜੇ ਨਾ ਹੋਣ। ਬੱਚੇ ਹੁੰਦੇ ਜਿਹੜੇ ਖੇਡਦੇ ਡੌਗਸ ਨਾਲ, ਉਹਨਾਂ ਨੂੰ ਰਿਸਕ ਰਹਿੰਦਾ ਅਗਰੈਸਿਵ ਡੌਗ ਨਾਲ। ਬੈਨ ਲੱਗਣਾ ਚੰਗੀ ਗੱਲ ਹੈ, ਬਟ ਅਗੇਨ ਮੇਰਾ ਕਹਿਣ ਦਾ ਜਿਹੜਾ ਮੇਨ ਫੰਕਸ਼ਨ ਹੈ ਉਹ ਇਹ ਹੈਗਾ ਕਿ ਬਰੀਡ 'ਤੇ ਬੈਨ ਨਹੀਂ ਲੱਗਣਾ ਚਾਹੀਦਾ, ਅਗਰੈਸਿਵ ਡੌਗਸ 'ਤੇ ਬੈਨ ਲੱਗਣਾ ਚਾਹੀਦਾ। ਅਗਰੈਸਿਵ ਡੌਗ ਦੂਜੀ ਬਰੀਡਸ ਦੇ ਵੀ ਹੁੰਦੇ, ਅੱਗੇ ਜਿਹੜਾ ਬੰਦਾ ਰੱਖ ਰਿਹਾ ਉਹ ਕਿਸ ਤਰੀਕੇ ਪਾਲ ਕੇ ਵੱਡਾ ਕਰਦਾ ਉਹਨੂੰ, ਉਹ ਬੰਨੀ ਰੱਖਦਾ ਸਾਰਾ ਦਿਨ ਗੇਟ 'ਤੇ ਆਪਣੇ, ਉਹ ਡੌਗ ਕੋਈ ਵੀ ਅਗਰੈਸਿਵ ਹੋ ਜਾਊਗਾ। ਉਹਨੂੰ ਚੰਗੀ ਤਰ੍ਹਾਂ ਨਹੀਂ ਟਰੀਟ ਕਰਦਾ, ਕੋਈ ਵੀ ਡੌਗ ਅਗਰੈਸਿਵ ਹੋ ਜਾਊਗਾ। ਪਿਟਬੁਲ ਔਰ ਨਾਰਮਲ ਡੌਗ ਦੇ ਬਾਈਟ ਕਰਨ 'ਚ ਕੀ ਫਰਕ ਰਹਿੰਦਾ? ਮੈਨੂੰ ਪਿਟਬੁਲ ਨੇ ਵੀ ਬਾਈਟ ਕੀਤਾ ਹੋਇਆ, ਉਹ ਗਲੇ ਦੇ ਉੱਤੇ ਬਾਈਟ ਕੀਤਾ ਸੀ ਪਰ ਉਹਨੇ ਨਾਲੋਂ ਨਾਲ ਛੱਡਤਾ ਸੀਗਾ। ਮੈਨੂੰ ਲੈਬਰੇ ਨੇ ਬਾਈਟ ਕੀਤਾ ਸੀ, ਹੱਥ ਨੂੰ ਫੜ ਲਿਆ ਸੀ ਤੇ ਉਹਨੇ ਛੱਡਿਆ ਨਹੀਂ ਸੀ ਕਿੰਨੀ ਦੇਰ। ਪਿਟਬੁਲ ਬੈਨ ਹੈਗਾ 40 ਦੇਸ਼ਾਂ 'ਚ। ਉਹ ਥੋੜਾ ਓਵਰ ਰਿਪਰੈਜ਼ੈਂਟ ਹੋ ਜਾਂਦਾ ਹੈ ਕਿਉਂਕਿ ਥੋੜਾ ਜ਼ਿਆਦਾ ਐਗਰੈਸਿਵ ਹੁੰਦਾ ਬਾਕੀ ਬਰੀਡਸ ਤੋਂ। ਕੁਝ ਡੌਗਸ ਹੁੰਦੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ, ਸਿਖਾਉਂਦੇ ਹੋ ਅਟੈਕ ਕਰਨਾ, ਫਿਰ ਉਹ ਕਾਫੀ ਕੁਝ ਤਾਂ ਤੁਹਾਡੇ ਆਪਣੇ ਹੱਥ 'ਚ ਆ ਰਿਹਾ, ਉਹ ਬਰੀਡ ਦੀ ਗਲਤੀ ਨਹੀਂ ਹੈ। ਪਿਟਬੁਲ ਨੂੰ ਬਹੁਤ ਪਿਆਰ ਨਾਲ ਪਾਲਿਆ ਹੋਏ, ਉਹਨੂੰ ਲੋਕਾਂ ਨੂੰ ਮਿਲਾਇਆ ਹੋਏ, ਕੁਝ ਵੀ ਨਹੀਂ ਕਹੇਗਾ ਕਿਸੇ ਨੂੰ। ਤੇ ਕਿਤੇ ਨਾ ਕਿਤੇ ਸਿਸਟਮ 'ਚ ਗਲਤੀ ਹਮੇਸ਼ਾ ਹੀ ਇਨਸਾਨ ਦੀ ਹੁੰਦੀ ਹੈ। ਡੌਗ ਤਾਂ ਬੇਜ਼ੁਬਾਨ ਹੈ ਵਿਚਾਰਾ, ਰੱਬ ਨੇ ਬਣਾ ਕੇ ਭੇਜਿਆ, ਅਸੀਂ ਹੀ ਗਲਤ ਕਰ ਰਹੇ ਉਹਦੇ ਨਾਲ। ਮਤਲਬ ਆਏ ਦਿਨ ਇੱਦਾਂ ਦੇ ਇਨਸੀਡੈਂਟਸ ਦੇਖ ਰਹੇ ਕਿ ਅਗਰੈਸਿਵ ਹੋ ਕੇ ਕਿਸੇ ਬੱਚੇ ਨੂੰ ਕੱਟ ਲੈਂਦੇ ਆ, ਮਤਲਬ ਬੱਚਿਆਂ ਲਈ ਵੀ, ਛੋਟੇ ਕੁੜੀਆਂ ਦੇ ਨਾਲ ਹਾਲਾਂਕਿ ਇਹ ਬਹੁਤ ਹੋ ਰਿਹਾ। ਥੋੜਾ ਖਿਆਲ ਨਾਲ ਕਿ ਆਪਾਂ ਜਦੋਂ ਕਿਸੇ ਨੂੰ ਗਲਤ ਸਿਖਾ ਰਹੇ ਹਾਂ ਤਾਂ ਉਹਨੇ ਗਲਤ ਹੀ ਕਰਨਾ, ਫਿਰ ਨਾਮ ਡੌਗ 'ਤੇ ਲਾ ਦੇਣਾ ਵੀ ਉਹ ਅਗਰੈਸਿਵ ਹੈ, ਜਦੋਂ ਗਲਤੀ ਸਾਡੀ ਆਪਣੀ ਹੋਏ ਉਹ ਠੀਕ ਹੈ। ਇੱਥੇ ਤਾਂ ਕੋਈ ਵੀ ਵੇਚ ਸਕਦਾ ਤੇ ਕੋਈ ਵੀ ਖਰੀਦ ਸਕਦਾ ਤੇ ਨਾਂ ਲੱਗ ਜਾਂਦਾ ਕਿ ਡੌਗ ਗਲਤ। ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ, ਮੈਂ ਹਾਂ ਜਸਨੂਰ ਤਵਨ। ਹਾਲ ਹੀ ਦੇ ਵਿੱਚ ਨੋਟਿਸ ਜਾਰੀ ਹੋਇਆ ਹੈ ਕਿ ਜੇਕਰ ਪੰਜਾਬ ਦੇ ਵਿੱਚ, ਜ਼ਿਲ੍ਹਾ ਸੰਗਰੂਰ ਦੇ ਵਿੱਚ ਜੇਕਰ ਕਿਸੇ ਨੇ ਅਮਰੀਕਨ ਬੁਲੀ ਜਾਂ ਪਿਟਬੁਲ ਆਪਣੇ ਘਰਾਂ ਦੇ ਵਿੱਚ ਰੱਖਿਆ ਤਾਂ ਇਹਨਾਂ ਤੇ ਰੋਕ ਲਗਾ ਦਿੱਤੀ ਗਈ ਹੈ। ਹਾਲਾਂਕਿ ਜੇਕਰ ਤੁਹਾਨੂੰ ਦੱਸਦੀ ਕਿ ਵੱਖ-ਵੱਖ ਥਾਵਾਂ ਤੇ ਅਜਿਹੀ ਰੋਕ ਲੱਗ ਚੁੱਕੀ ਹੈ ਕਿਉਂਕਿ ਕਿਹਾ ਜਾ ਰਿਹਾ ਕਿ ਜਾਨਲੇਵਾ ਨੇ, ਬਹੁਤ ਖਤਰਾ ਹੁੰਦਾ ਹੈ ਹਿਊਮਨਸ ਦੀ ਜਾਨ ਨੂੰ ਇਹਨਾਂ ਡੌਗਸ ਦੇ ਨਾਲ। ਔਰ ਇਸ ਦੇ ਪਿੱਛੇ ਵੱਡਾ ਕਾਰਨ ਕੀ ਹੈ, ਕਿਸ ਤਰ੍ਹਾਂ ਦਾ ਖਤਰਾ ਹੈ ਔਰ ਬੈਨ ਕਿਉਂ ਲਗਾਇਆ ਗਿਆ, ਕਿ ਇਹ ਬੈਨ ਪਹਿਲੇ ਲੱਗ ਜਾਣਾ ਚਾਹੀਦਾ ਸੀਗਾ ਔਰ ਇਸ ਨੂੰ ਇੰਨਾ ਲੇਟ ਕਿਉਂ ਕੀਤਾ ਗਿਆ ਔਰ ਕੀ ਇਹ ਬੈਨ ਸਹੀ ਹੈ ਜਾਂ ਗਲਤ ਹੈ। ਤਾਂ ਇਸ ਲਈ ਗੱਲਬਾਤ ਕਰਾਂਗੇ। ਮੇਰੇ ਨਾਲ ਲੁਧਿਆਣੇ ਤੋਂ ਵੈਟਸ ਫॉर ਪੈਟਸ ਤੋਂ ਡਾਕਟਰ ਜਸਪ੍ਰੀਤ ਮੌਜ ਇਸ ਵਕਤ ਜੁੜੇ ਹੋਏ ਨੇ, ਮਾਹਿਰ ਨੇ, ਔਰ ਅੱਜ ਗੱਲਬਾਤ ਕਰਦੇ ਔਰ ਜਾਣਦੇ ਕਿ ਆਖਿਰ ਬੈਨ ਲਗਾਉਣ ਦਾ ਕਾਰਨ ਕੀ ਰਿਹਾ। ਬਹੁਤ ਬਹੁਤ ਸਵਾਗਤ ਹੈ ਟੈਲੀ ਪੋਸਟ ਵਿੱਚ। ਸਤਿ ਸ਼੍ਰੀ ਅਕਾਲ ਜੀ। ਤਾਂ ਸਭ ਤੋਂ ਪਹਿਲੇ ਸਵਾਲ ਇਹ ਹੈ, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਇੰਟਰੋਡਕਸ਼ਨ ਵਿੱਚ ਹੀ, ਕਿ ਬੈਨ ਲਗਾ ਦਿੱਤਾ ਗਿਆ ਕੁਝ ਬਰੀਡਸ 'ਤੇ, ਇਹ ਕਿਉਂ ਹੁੰਦਾ ਹੈ, ਬੈਨ ਕਿਉਂ ਲਗਾਇਆ ਗਿਆ ਔਰ ਸਪੈਸੀਫਿਕ ਬਰੀਡਸ 'ਤੇ ਕਿਉਂ? ਕੁਝ ਬਰੀਡਸ ਜਿਵੇਂ ਗ੍ਰੇ ਹਾਊਂਡ ਜਿਹੜਾ ਰੇਸਿੰਗ ਵਾਸਤੇ ਬਣਿਆ, ਉਹਦਾ ਕੰਮ ਹੀ ਇਹੀ ਹੈ ਭੱਜਣਾ। ਕੁਝ ਬਰੀਡਸ ਜਿਹੜੇ ਲੋਕੀ ਬਰੀਡ ਕਰਦੇ ਆ ਡੌਗ ਫਾਈਟ ਵਾਸਤੇ, ਉਹਨਾਂ ਦਾ ਕੰਮ ਆ ਫਾਈਟ ਕਰਨਾ, ਉਹ ਜੈਨੇਟਿਕਲੀ ਬਰੈਡ ਹੈ ਇਸ ਕੰਮ ਵਾਸਤੇ। ਜਦੋਂ ਆਪਾਂ ਬਲੈਂਕਟ ਬੈਨ ਲਾ ਦਿੰਦੇ ਹਾਂ ਹਰੇਕ ਬਰੀਡ ਨੂੰ, ਹਰੇਕ ਟਾਈਪ ਦੇ ਡੌਗ ਨੂੰ ਵਿੱਚ ਇੰਕਲੂਡ ਕਰ ਲੈਂਦੇ ਹਾਂ, ਉਹ 'ਚ ਚੰਗੇ ਡੌਗ ਵੀ ਚੱਲ ਜਾਂਦੇ ਜਿਹੜਾ ਫਾਈਟ ਨਹੀਂ ਕਰਦਾ। ਐਗਰੈਸਿਵ ਡੌਗਸ 'ਤੇ ਬੈਨ ਲੱਗਣਾ ਚਾਹੀਦਾ ਕਿਉਂਕਿ ਹਿਊਮਨ ਲਾਈਫ ਹਮੇਸ਼ਾ ਹੀ ਬੈਟਰ ਰਹਿੰਦੀ ਹੈ ਕਿ ਜੇ ਅਗਰੈਸਿਵ ਡੌਗ ਨੇੜੇ ਨਾ ਹੋਣ। ਬੱਚੇ ਹੁੰਦੇ ਜਿਹੜੇ ਖੇਡਦੇ ਡੌਗਸ ਨਾਲ, ਉਹਨਾਂ ਨੂੰ ਰਿਸਕ ਰਹਿੰਦਾ ਅਗਰੈਸਿਵ ਡੌਗਸ ਨਾਲ। ਤਾਂ ਬੈਨ ਗੁੱਡ, ਬਟ ਬੈਨ ਔਨ ਬਰੀਡ ਇਜ਼ ਨਾਟ ਗੁੱਡ। ਸਾਨੂੰ ਬੈਨ ਲੱਗਣਾ ਚਾਹੀਦਾ ਔਨ ਅਗਰੈਸਿਵ ਬਰੀਡਸ ਐਂਡ ਪੀਪਲ ਜਿਹੜੇ ਇਹ ਬਰੀਡਿੰਗ ਕਰ ਰਹੇ ਹੈ ਸਿਰਫ ਡੌਗ ਫਾਈਟ ਵਾਸਤੇ, ਜਿਹੜਾ ਇਲੀਗਲ ਹੈ। ਜਿਹੜਾ ਬਰੀਡ ਐਜ਼ ਸੱਚ ਪਿਟਬੁਲ ਬਣੀ ਹੀ ਸਪੋਰਟ ਵਾਸਤੇ ਸੀ, ਉਹ ਇੰਜੋਏ ਕਰਦਾ ਸਪੋਰਟ ਕਰਨਾ, ਹੰਟ ਕਰਨਾ ਇੰਜੋਏ ਕਰਦਾ, ਬਟ ਇਹ ਮਤਲਬ ਨਹੀਂ ਕਿ ਹਿਊਮਨਸ ਨੂੰ ਹੰਟ ਕਰੂਗਾ ਜਾਂ ਦੂਜੇ ਡੌਗਸ ਨੂੰ ਹੰਟ ਕਰੂਗਾ। ਬਹੁਤ ਚੰਗੇ ਬਰੀਡਰਸ ਆ ਪੰਜਾਬ 'ਚ ਜਿਹੜੇ ਬਰੀਡ ਕਰ ਰਹੇ ਇਹਨਾਂ ਨੂੰ ਐਜ਼ ਅ ਕੰਪੈਨੀਅਨ ਡੌਗ। ਬੱਚਿਆਂ ਦੇ ਨਾਲ ਖੇਡਦੇ ਆ, ਕੁਛ ਨਹੀਂ ਕਹਿੰਦੇ ਕਿਸੇ ਨੂੰ, ਘਰੇ ਦੂਜੇ ਬਜ਼ੁਰਗਾਂ ਨਾਲ ਖੇਡਦੇ ਆ, ਕੁਛ ਨਹੀਂ ਕਹਿੰਦੇ ਕਿਸੇ ਨੂੰ। ਕੁਝ ਬਰੀਡਸ ਜਰਮਨ ਸ਼ੈਫਰਡ ਹੋ ਗਿਆ, ਰੌਟਵੀਲਰ ਹੋ ਗਿਆ, ਜਿਹੜੇ ਚੰਗੇ ਨਹੀਂ ਬਰੀਡ ਕੀਤੇ ਹੋਏ, ਸੋਸ਼ਲਾਈਜ਼ ਨਹੀਂ ਕੀਤਾ ਹੋਇਆ, ਉਹ ਵੀ ਅਟੈਕ ਕਰ ਲੈਂਦੇ ਆ। ਫਿਰ ਇੱਕ ਪਿਟਬੁਲ ਨੂੰ ਸਿੰਗਲ ਆਊਟ ਕਰਨਾ ਕਿ ਵੀ ਇਹ ਬਰੀਡ ਮਾੜੀ ਹੈ ਤੇ ਉਹ 'ਤੇ ਬੈਨ ਲਾਣਾ ਇਜ਼
ਹਾਫ ਆਫ ਦ ਸਟੋਰੀ ਮੇਰੇ ਹਿਸਾਬ ਨਾਲ ਇਟ ਸ਼ੁੱਡ ਬੀ ਅ ਬੈਨ ਔਨ ਅਗਰੈਸਿਵ ਬਰੀਡਸ ਐਂਡ ਸਟੂਪਿਡ ਪੀਪਲ ਜਿਹੜੇ ਬਰੀਡ ਨੂੰ ਚੰਗੀ ਤਰ੍ਹਾਂ ਪਾਲ ਕੇ ਵੱਡਾ ਨਹੀਂ ਕਰ ਰਹੇ, ਅਗਰੈਸਿਵਲੀ ਯੂਜ਼ ਕਰ ਰਹੇ, ਫਾਈਟ ਵਾਸਤੇ ਯੂਜ਼ ਕਰ ਰਹੇ। ਤੁਹਾਨੂੰ ਕੀ ਲੱਗਦਾ ਕਿ ਬੈਨ ਪਹਿਲੇ ਵੀ ਲਗਾ ਦੇਣਾ ਚਾਹੀਦਾ ਸੀਗਾ? ਇਹ ਦੇਰੀ ਤਾਂ ਨਹੀਂ ਹੋਗੀ ਸਰਕਾਰ ਵੱਲੋਂ ਕਿ ਜੇਕਰ ਇਹ ਕਿਹਾ ਜਾ ਰਿਹਾ ਕਿ ਅਗਰੈਸਿਵ ਹੈ ਔਰ ਜਾਨ ਨੂੰ ਖਤਰਾ ਹੈ ਤਾਂ ਫਿਰ ਘਰਾਂ ਦੇ ਵਿੱਚ ਵੀ ਰੋਕ ਲਗਾ ਦਿੱਤੀ ਗਈ ਹੈ, ਤਾਂ ਪਹਿਲੇ ਲਗਾ ਦੇਣਾ ਚਾਹੀਦਾ ਸੀ ਬੈਨ? ਇਹ ਬੇਸਿਕਲੀ ਤਾਂ ਆਪਣੇ ਭਲੇ ਵਾਸਤੇ ਹੀ ਕਰ ਰਹੇ ਹਿਊਮਨਸ ਦੇ। ਜੇ ਆਪਾਂ ਨੂੰ ਕੋਈ ਵੱਢ ਲੇ ਕੁੱਤਾ ਬਾਹਰ ਜਾਂਦੇ ਨੂੰ ਜਿਹੜਾ ਅਗਰੈਸਿਵ ਹੈ ਤੇ ਉਹ ਗਲਤ ਹੈ। ਜਦੋਂ ਆਪਾਂ ਇੱਕ ਸੋਸਾਇਟੀ 'ਚ ਰਹਿ ਰਹੇ ਹਾਂ, ਅਸੀਂ ਚਾਹੁੰਦੇ ਹਾਂ ਕਿ ਹਰੇਕ ਵਾਸਤੇ ਚੰਗੀ ਹੋਏ ਸੋਸਾਇਟੀ। ਬੈਨ ਲੱਗਣਾ ਚੰਗੀ ਗੱਲ ਹੈ, ਬਟ ਅਗੇਨ ਮੇਰਾ ਕਹਿਣ ਦਾ ਜਿਹੜਾ ਮੇਨ ਫੰਕਸ਼ਨ ਹੈ ਉਹ ਇਹ ਹੈਗਾ ਕਿ ਬਰੀਡ ਤੇ ਬੈਨ ਨਹੀਂ ਲੱਗਣਾ ਚਾਹੀਦਾ, ਅਗਰੈਸਿਵ ਡੌਗਸ ਤੇ ਬੈਨ ਲੱਗਣਾ ਚਾਹੀਦਾ। ਅਗਰੈਸਿਵ ਡੌਗਸ ਦੂਜੀ ਬਰੀਡਸ ਦੇ ਵੀ ਹੁੰਦੇ ਆ। ਇਹਦੇ 'ਚ ਬੈਨ ਚੰਗੀ ਗੱਲ ਜੋ ਗਵਰਨਮੈਂਟ ਨੇ ਕੀਤਾ ਚੰਗਾ ਕਰ ਰਹੇ ਆ, ਬਟ ਬਰੀਡ ਤੇ ਨਾ ਹੋਏ। ਤੇ ਲੋਕਾਂ ਨੂੰ ਨੌਲੇਜੇਬਲ ਕਰਨਾ ਕਿ ਆਪਾਂ ਜਦੋਂ ਬੱਚਾ ਰੱਖ ਰਹੇ ਹਾਂ, ਤੁਸੀਂ ਦੇਖੋ ਬਰੀਡਰ ਕਿੰਨਾ ਕੁ ਚੰਗੀ ਤਰੀਕੇ ਪਾਲ ਕੇ ਵੱਡਾ ਕਰ ਰਿਹਾ। ਆਪਣੇ ਬੈਕਯਾਰਡ 'ਚ ਹੀ ਕੋਈ ਵੀ ਮੇਲ ਫੀਮੇਲ ਕਿਸੇ ਵੀ ਟੈਂਪਰਾਮੈਂਟ ਦੇ ਮੀਟਿੰਗ ਕਰਾ ਕੇ ਬੱਚੇ ਵੇਚ ਰਿਹਾ ਕਿ ਉਹ ਦੇਖ ਰਿਹਾ ਕਿ ਉਹਨਾਂ ਦਾ ਟੈਂਪਰਾਮੈਂਟ ਕਿੱਦਾਂ ਦਾ। ਅੱਗੇ ਜਿਹੜਾ ਬੰਦਾ ਰੱਖ ਰਿਹਾ ਉਹ ਕਿਸ ਤਰੀਕੇ ਪਾਲ ਕੇ ਵੱਡਾ ਕਰਦਾ ਉਹਨੂੰ। ਉਹ ਬੰਨੀ ਰੱਖਦਾ ਸਾਰਾ ਦਿਨ ਗੇਟ 'ਤੇ ਆਪਣੇ, ਉਹ ਡੌਗ ਕੋਈ ਵੀ ਅਗਰੈਸਿਵ ਹੋ ਜਾਊਗਾ। ਉਹਨੂੰ ਚੰਗੀ ਤਰ੍ਹਾਂ ਨਹੀਂ ਟਰੀਟ ਕਰਦਾ, ਕੋਈ ਵੀ ਡੌਗ ਅਗਰੈਸਿਵ ਹੋ ਜਾਊਗਾ। ਸੋ ਬੇਸਿਕਲੀ ਇਹ ਸਾਰਾ ਕੁਝ ਹੋਣਾ ਚਾਹੀਦਾ। ਨੌਲੇਜ ਵੀ ਦੇਣੀ ਚਾਹੀਦੀ ਲੋਕਾਂ ਨੂੰ ਕਿ ਵੀ ਕਿੱਦਾਂ ਰੱਖਣਾ ਡੌਗਸ ਨੂੰ, ਕੇਅਰ ਕਿੱਦਾਂ ਕਰਨੀ ਹੈ। ਕੁਝ ਬਰੀਡ ਜਿਹੜੀਆਂ ਅਗਰੈਸਿਵ ਹੁੰਦੀਆਂ ਉਹਨਾਂ ਦਾ ਥੋੜ੍ਹਾ ਜ਼ਿਆਦਾ ਖਿਆਲ ਰੱਖਣਾ ਚਾਹੀਦਾ, ਪਰ ਐਜ਼ ਸੱਚ ਇਹ ਬੈਟਰ ਰਹੂਗਾ ਕਿ ਜੇ ਬੈਨ ਬਲੈਂਕਟ ਬੈਨ ਨਾ ਹੋ ਕੇ ਇੱਕ ਅਗਰੈਸਿਵ ਡੌਗਸ ਵਾਸਤੇ ਬੈਨ ਹੋਏ। ਜੀ, ਜੇਕਰ ਗੱਲ ਕਰੀਏ ਨਾਰਮਲ ਡੌਗ ਕੱਟਦਾ ਹੈ ਜਾਂ ਪਿਟਬੁਲ ਬਾਈਟ ਕਰਦਾ ਹੈ, ਪਿਟਬੁਲ ਔਰ ਨਾਰਮਲ ਡੌਗ ਦੇ ਬਾਈਟ ਕਰਨ 'ਚ ਕੀ ਫਰਕ ਰਹਿੰਦਾ ਹੈ? ਮੈਨੂੰ ਹਰੇਕ ਟਾਈਪ ਦੀ ਬਰੀਡ ਦਾ ਡੌਗ ਨੇ ਬਾਈਟ ਕੀਤਾ ਹੋਇਆ। ਮੈਨੂੰ ਪਿਟਬੁਲ ਨੇ ਵੀ ਬਾਈਟ ਕੀਤਾ ਹੋਇਆ। ਉਹ ਗਲੇ ਦੇ ਉੱਤੇ ਬਾਈਟ ਕੀਤਾ ਸੀ ਪਰ ਉਹਨੇ ਨਾਲੋਂ ਨਾਲ ਛੱਡਤਾ ਸੀਗਾ। ਮੈਨੂੰ ਲੈਬਰੇ ਨੇ ਬਾਈਟ ਕੀਤਾ ਸੀ, ਹੱਥ ਨੂੰ ਫੜ ਲਿਆ ਸੀ ਤੇ ਉਹਨੇ ਛੱਡਿਆ ਨਹੀਂ ਸੀ ਕਿੰਨੀ ਦੇਰ। ਤਾਂ ਇਟ ਇਜ਼ ਅਗੇਨ ਡੌਗ ਕਿੱਦਾਂ ਦਾ, ਉਹਦਾ ਟੈਂਪਰਾਮੈਂਟ ਕਿੱਦਾਂ ਦਾ। ਪਿਟਬੁਲ ਬੈਨ ਹੈਗਾ 40 ਦੇਸ਼ਾਂ 'ਚ। ਉਹ ਥੋੜ੍ਹਾ ਓਵਰ ਰਿਪਰੈਜ਼ੈਂਟ ਹੋ ਜਾਂਦਾ ਕਿਉਂਕਿ ਥੋੜ੍ਹਾ ਜ਼ਿਆਦਾ ਐਗਰੈਸਿਵ ਹੁੰਦਾ ਬਾਕੀ ਬਰੀਡਸ ਤੋਂ, ਬਟ ਹਰੇਕ ਪਿਟਬੁਲ ਨਹੀਂ ਹੁੰਦਾ। ਮੇਰੇ ਕੋਲ ਜਿਹੜੇ ਇੱਥੇ ਡੌਗਸ ਆਉਂਦੇ ਆ, ਜੇ 10 ਪਿਟਬੁਲ ਆਉਂਦੇ ਹੋਣਗੇ, ਇੱਕ ਹੋਊਗਾ ਜਿਹੜਾ ਥੋੜ੍ਹਾ ਅਗਰੈਸਿਵ ਸ਼ੋਅ ਕਰਦਾ। 9 ਇੱਦਾਂ ਦੇ ਹੁੰਦੇ ਜਿਹੜੇ ਬਹੁਤ ਪਿਆਰ ਕਰਦੇ ਆ, ਨਾ ਦੂਜੇ ਡੌਗਸ ਨੂੰ ਕੁਝ ਕਹਿੰਦੇ ਨਾ ਹਿਊਮਨਸ ਨੂੰ ਕੁਝ ਕਹਿੰਦੇ। ਫਿਰ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਇਹ ਬੈਨ 'ਚ ਉਹਨਾਂ ਨੂੰ ਰੋਕਣਾ। ਜੇ ਬਾਕੀ ਡੌਗਸ ਵੀ ਅਗਰੈਸਿਵ ਹੁੰਦੇ ਫਿਰ ਉਹਨਾਂ ਤੇ ਵੀ ਬੈਨ ਲਗਾ ਦੇਣਾ ਚਾਹੀਦਾ। ਦੇਖੋ, ਜਿਹੜਾ ਬੈਨ ਔਨ ਐਗਰੈਸਿਵ ਡੌਗ ਇਜ਼ ਅ ਮਸਟ। ਵੀ ਡੂ ਨਾਟ ਵਾਂਟ ਕਿ ਆਪਣੇ ਸਾਡੇ ਬੱਚੇ ਖੇਡ ਰਹੇ ਉਹਨਾਂ ਤੇ ਡੌਗ ਅਟੈਕ ਕਰ ਰਹੇ ਜਾ ਕੇ, ਕਿਸੇ ਬਜ਼ੁਰਗ ਨੂੰ ਥੱਲੇ ਸੱਟ ਕੇ ਫੜ ਰਹੇ, ਉਹ ਗਲਤ ਹੈ। ਉਹ ਬੈਨ ਤਾਂ ਹੋਣਾ ਹੀ ਚਾਹੀਦਾ ਕਿਉਂਕਿ ਹਿਊਮਨ ਲਾਈਫ ਇਜ਼ ਵੈਰੀ ਪ੍ਰੈਸ਼ੀਅਸ। ਤੇ ਜਿਹੜਾ ਨੌਲੇਜ ਦੇਣਾ ਲੋਕਾਂ ਨੂੰ ਕਿ ਵੀ ਇਹ ਚੀਜ਼ਾਂ ਗਲਤ ਆ। ਤੁਸੀਂ ਇੱਕ ਬਰੀਡ ਕਰ ਰਹੇ ਹੋ ਕਿਸੇ ਚੀਜ਼ ਨੂੰ ਜਿਹੜਾ ਅਗਰੈਸਿਵ ਹੈ ਤੇ ਉਹਨੂੰ ਯੂਜ਼ ਕਰ ਰਹੇ ਹੋ ਅਗਰੈਸ਼ਨ ਵਧਾਉਣ ਵਾਸਤੇ। ਲੋਕੀ ਜਿਹੜੇ ਫਾਈਟ ਕਰਦੇ ਉਹ ਗਲਤ, ਉਹ ਇਲੀਗਲ, ਉਹ ਬੈਨ ਹੋਣਾ ਹੀ ਚਾਹੀਦਾ। ਪਿਟਬੁਲ ਨੂੰ ਪ੍ਰੋਵੋਕ ਕਰੋ ਤਾਂ ਬਾਈਟ ਕਰਦਾ ਹੈ ਇਹ ਕਿਸੇ ਵੀ ਟਾਈਮ ਕਰ ਜਿੰਨੇ ਔਰ ਹੈਂਡਲ ਕਿਵੇਂ ਕੀਤਾ ਜਾਏ? ਜਿੰਨੇ ਵੀ ਡੌਗਸ ਆ ਉਹ ਬਾਈਟ ਕਰਦੇ ਆ ਡਿਫਰੈਂਟ ਰੀਜ਼ਨਸ ਕਰਕੇ। ਕੁਝ ਅਗਰੈਸਿਵ ਡੌਗ ਹੁੰਦੇ ਜਿਹੜੇ ਆਪਣੇ ਟੈਰੀਟਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ। ਰੌਟਵਾਈਲਰ ਹੋ ਗਿਆ, ਜਰਮਨ ਸ਼ੈਫਰਡ ਹੋ ਗਿਆ। ਕੁਝ ਡਰਪੋਕ ਡੌਗ ਹੁੰਦੇ ਜਿਹੜੇ ਕੋਸ਼ਿਸ਼ ਕਰਦੇ ਆ ਕਿ ਮੇਰੇ ਨੇੜੇ ਨਾ ਆਓ। ਚੁਆਵਾ ਵਰਗੇ ਹੋ ਜਾਂਦੇ ਜਾਂ ਹੋਰ ਪੋਮੇਰੀਅਨ ਵਰਗੇ ਹੋਵੇ ਜਿਹੜੇ ਡਰ ਜਾਂਦੇ ਤੇ ਫਿਰ ਬਾਈਟ ਕਰਦੇ ਆ। ਕੁਝ ਡੌਗਸ ਹੁੰਦੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ, ਸਿਖਾਉਂਦੇ ਹੋ ਅਟੈਕ ਕਰਨਾ, ਫਿਰ ਉਹ ਕਾਫੀ ਕੁਝ ਤਾਂ ਤੁਹਾਡੇ ਆਪਣੇ ਹੱਥ 'ਚ ਆ ਰਿਹਾ। ਉਹ ਬਰੀਡ ਦੀ ਗਲਤੀ ਨਹੀਂ ਹੈ। ਪਿਟਬੁਲ ਨੂੰ ਬਹੁਤ ਪਿਆਰ ਨਾਲ ਪਾਲਿਆ ਹੋਏ, ਉਹਨੂੰ ਲੋਕਾਂ ਨੂੰ ਮਿਲਾਇਆ ਹੋਏ, ਕੁਝ ਵੀ ਨਹੀਂ ਕਹੇਗਾ ਕਿਸੇ ਨੂੰ। ਮਤਲਬ ਕਿ ਬਰੀਡ ਤੇ ਡਿਪੈਂਡ ਕਰਦਾ। ਜੇਕਰ ਬਰੀਡ ਤੇ ਨਹੀਂ ਡਿਪੈਂਡ ਕਰਦਾ ਜੀ, ਬਰੀਡ ਇੱਕ ਪਾਰਟ ਪਲੇ ਕਰਦਾ। ਅਸੀਂ ਜੋ ਉਹਨੂੰ ਸਿਖਾ ਰਹੇ ਹਾਂ ਬੱਚੇ ਨੂੰ, ਉੱਤੇ ਵੀ ਡਿਪੈਂਡ ਕਰਦਾ ਸਾਰਾ ਕੁਝ। ਮਤਲਬ ਪੰਜਾਬ ਦੇ ਵਿੱਚ ਅਜਿਹੇ ਕੋਈ ਟ੍ਰੇਨਿੰਗ ਸੈਂਟਰਸ ਹੈ ਜਿੱਥੇ ਡੌਗਸ ਨੂੰ ਟ੍ਰੇਨ ਕੀਤਾ ਜਾਂਦਾ ਹੈ? ਇਹ ਟ੍ਰੇਨਿੰਗ ਸੈਂਟਰਸ ਵੀ ਹੁੰਦੇ ਜੀ। ਚੰਡੀਗੜ੍ਹ 'ਚ ਹੈਗਾ ਮਿਸਟਰ ਸ਼ਿਵ ਕੌਸ਼ਲ ਦਾ, ਬਹੁਤ ਵਧੀਆ ਬੰਦੇ ਹੈਗੇ ਆ। ਇੱਥੇ ਲੁਧਿਆਣੇ 'ਚ ਕਿੰਨੇ ਬਰੀਡਰਸ ਚੰਗੇ ਹੈਗੇ ਜਿਹੜੇ ਕਰਾਉਂਦੇ। ਹਰੀਸ਼ ਜਸਲ ਮੈਨੂੰ ਯਾਦ ਆ ਰਿਹਾ, ਉਹ ਵੀ ਚੰਗੇ ਹੈਗੇ। YouTube 'ਤੇ ਚੈੱਕ ਕਰ ਸਕਦੇ ਹਾਂ ਆਪਾਂ ਸਿੰਪਲ ਕਮਾਂਡਸ ਆ। ਡੌਗ ਨੂੰ ਦੱਸਣਾ ਹੈ ਕਿ ਵੀ ਤੂੰ ਸਾਡਾ ਕਹਿਣਾ ਮੰਨੇਗਾ ਤੇਰਾ ਫਾਇਦਾ ਹੋਊਗਾ, ਤੂੰ ਅਗਰੈਸਿਵ ਹੋਵੇਗਾ ਤੇਰਾ ਫਾਇਦਾ ਨਹੀਂ ਹੋਊਗਾ। ਇੰਟੈਲੀਜੈਂਟ ਡੌਗ ਸਮਝ ਜਾਂਦੇ ਜੀ। ਮਤਲਬ ਫਿਰ ਜੇਕਰ ਐਗਰੈਸਿਵ ਡੌਗ ਤੁਹਾਨੂੰ ਬਾਈਟ ਕਰ ਰਿਹਾ, ਕੋਈ ਪਿਟਬੁਲ ਬਾਈਟ ਕਰ ਰਿਹਾ, ਤਾਂ ਉਹਦਾ ਰਿਕਵਰੀ ਦਾ ਟਾਈਮ ਵੀ ਉਨਾ ਹੀ ਹੋਏਗਾ? ਇਹ ਡਿਪੈਂਡ ਕਰਦਾ ਜੀ ਕਿੰਨਾ ਕੁ ਟਾਈਮ, ਕਿੰਨਾ। ਜਿਵੇਂ ਹੁਣ ਸਪੋਜ਼ ਕਰੋ ਜਿਹੜਾ ਇਹ ਜ਼ਖਮ ਹੈਗਾ, ਇਟ ਟੁਕ ਅਬਾਊਟ 3 ਵੀਕਸ ਠੀਕ ਹੋਣ ਨੂੰ। ਇਹ ਕਦੋਂ ਲੱਗਿਆ? ਇਹਨੂੰ 2 ਸਾਲ ਹੋ ਗਏ ਜੀ। ਔਰ ਕਿਹੜੇ ਡੌਗ? ਇਹ ਪਿਟਬੁਲ ਨੇ ਬਾਈਟ ਕੀਤਾ ਸੀ। ਮੇਰੇ ਇਹ ਵਾਲੇ ਹੱਥ ਦੀ 2 ਫਿੰਗਰਸ ਹੈ, ਇਹਨਾਂ 'ਚ ਹਾਲੇ ਵੀ ਫੀਲਿੰਗਸ ਨਹੀਂ। ਇਹਨੂੰ 10 ਸਾਲ ਹੋ ਗਏ ਬਾਈਟ ਕੀਤਾ ਨੂੰ। ਲੈਬਰੇ ਨੇ ਬਾਈਟ ਕੀਤਾ ਸੀ। ਪਰ ਜਿਹੜਾ ਤੁਸੀਂ ਦੱਸ ਰਹੇ ਸੀ ਉਹਨੇ ਛੱਡਿਆ ਨਹੀਂ? ਉਹਨੇ ਛੱਡਿਆ ਨਹੀਂ ਸੀ ਹੱਥ। ਤਾਂ ਇਹ ਜਿਹੜਾ ਰਿਕਵਰੀ ਟਾਈਮ ਤਾਂ 3 to 4 ਵੀਕਸ 'ਚ ਹੋ ਹੀ ਜਾਂਦਾ ਸਾਰਾ ਕੁਝ ਠੀਕ। ਬਟ ਜਿਵੇਂ ਇੱਕ ਛੋਟੇ ਬੱਚੇ ਨੂੰ ਕਿਸੇ ਡੌਗ ਨੇ ਬਾਈਟ ਕੀਤਾ ਹੋਏ, ਜਿਹੜਾ ਉਹਦਾ ਟਰਾਮਾ, ਉਹਦੇ ਦਿਮਾਗ 'ਚ ਜਿਹੜੀ ਦਹਿਸ਼ਤ ਹੈ ਉਹ ਸਾਰੀ ਉਮਰ ਰਹੂਗੀ ਉਹਦੇ। ਫਿਰ ਆਪਾਂ ਨੂੰ ਚਾਹੀਦਾ ਇੱਦਾਂ ਦਾ ਕਿ ਡੌਗਸ ਜਦੋਂ ਆਪਾਂ ਐਜ਼ ਕੰਪੈਨੀਅਨਸ ਰੱਖ ਰਹੇ ਹਾਂ, ਉਹ ਕੰਪੈਨੀਅਨਸ ਦੀ ਕੇ ਬਿਹੇਵ ਕਰਨ। ਤੁਸੀਂ ਅਗਰੈਸਿਵ ਬਰੀਡਸ ਅਗਰੈਸਿਵ ਬਣਾ ਕੇ ਲੋਕਾਂ 'ਚ ਛੱਡ ਰਹੇ ਹੋ, ਦੂਜੇ ਡੌਗਸ 'ਤੇ ਛੱਡ ਰਹੇ ਹੋ, ਗਲਤ ਹੈ। ਉਹ ਬੈਨ ਹੀ ਹੋਣਾ ਚਾਹੀਦਾ। ਸਟ੍ਰੇ ਡੌਗਸ 'ਤੇ ਵੀ ਲੱਗਣਾ ਚਾਹੀਦਾ। ਕਈ ਸਟ੍ਰੇ ਡੌਗਸ ਵੀ ਬਹੁਤ ਐਗਰੈਸਿਵ ਹੁੰਦੇ। ਅਸੀਂ ਮਤਲਬ ਆਏ ਦਿਨ ਇੱਦਾਂ ਦੇ ਇਨਸੀਡੈਂਟਸ ਦੇਖ ਰਹੇ ਕਿ ਐਗਰੈਸਿਵ ਹੋ ਕੇ ਕਿਸੇ ਬੱਚੇ ਨੂੰ ਕੱਟ ਲੈਂਦੇ ਆ। ਮਤਲਬ ਬੱਚਿਆਂ ਲਈ ਵੀ, ਛੋਟੇ ਛੋਟੇ ਕੁੜੀਆਂ ਦੇ ਨਾਲ ਹਾਲਾਂਕਿ ਇਹ ਬਹੁਤ ਹੋ ਰਿਹਾ।
ਅਗੇਨ ਕਈ ਚੀਜ਼ਾਂ ਡੌਗ ਦੀ ਬਾਡੀ ਲੈਂਗੁਏਜ, ਜਿਹੜਾ ਇੱਕ ਸਟਰੇ ਡੌਗ ਹੈ ਜਿਹਨੂੰ ਹੁਣ ਜਿਵੇਂ ਸਾਡੇ ਕਲੀਨਿਕ ਦੇ ਆਸ-ਪਾਸ ਕਿੰਨੇ ਸਟਰੇ ਡੌਗਸ ਹੈ ਜਿਹੜੇ ਕਲੀਨਿਕ ਤੇ ਆਉਂਦੇ ਆ ਇੱਥੇ ਟ੍ਰੀਟਮੈਂਟ ਵਾਸਤੇ ਵੀ, ਖਾਣ ਨੂੰ ਉਹਨਾਂ ਨੂੰ ਮਿਲਦਾ ਰਹਿੰਦਾ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ, ਨਾ ਦੂਜੇ ਡੌਗਸ ਨੂੰ ਨਾ ਬੰਦਿਆਂ ਨੂੰ। ਪਰ ਇਹੀ ਕਿਸੇ ਸਟਰੇ ਡੌਗ ਨੂੰ ਕਿਸੇ ਨੇ ਕੁੱਟਿਆ ਹੋਇਆ ਪਹਿਲਾਂ, ਉਹ ਡਰ ਜਾਂਦਾ ਬੰਦੇ ਤੋਂ, ਫਿਰ ਬੰਦੇ ਨੂੰ ਅਟੈਕ ਕਰੂਗਾ। ਕਈ ਸਟਰੇ ਡੌਗ ਸੱਚੀ ਮੁੱਚੀ ਡੇਂਜਰਸ ਹੁੰਦੇ, ਅਗੇਨ ਉਹ ਡੇਂਜਰਸ ਡੌਗਸ ਬਲੈਂਕਟ ਬੈਨ ਆਉਣਾ ਚਾਹੀਦਾ ਉਹਨਾਂ 'ਤੇ। ਪਰ ਹਰੇਕ ਚੀਜ਼ ਨੂੰ ਇਹ ਕਹਿ ਦੇਣਾ ਵੀ ਇੱਕ ਸਟਰੇ ਡੌਗ ਨੇ ਬਾਈਟ ਕੀਤਾ ਤਾਂ ਸਾਰੇ ਗਲਤ ਆ, ਉਹ ਗਲਤ ਆ। ਉਹ ਸਿਮਿਲਰ ਹੈ ਜਿਵੇਂ ਆਪਣੇ ਧਰਮ ਦੇ ਖਿਲਾਫ ਕਈ ਹੋ ਜਾਂਦੇ ਕਿ ਵੀ ਇਹ ਲੜਾਕੇ ਹੈਗੇ ਲੋਕ, ਲੜੋ ਇਹਨਾਂ ਨਾਲ, ਇਹਨਾਂ ਨੂੰ ਕੱਢੋ ਦੇਸ਼ 'ਚੋਂ। ਉਹ ਸੇਮ ਚੀਜ਼ ਹੋ ਰਹੀ ਹੈ, ਇੱਕ ਬਰੀਡ ਨੂੰ ਸਪੈਸੀਫਾਈ ਕਰਕੇ ਵੀ ਤੂੰ ਗਲਤ ਹੈ ਤੇ ਤੈਨੂੰ ਆਪਾਂ ਖਤਮ ਕਰ ਦੇਣਾ, ਉਹ ਗਲਤ ਹੈ। ਡੌਗ ਨੂੰ ਅਗਰੈਸਿਵ ਹੋਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ? ਅਗੇਨ ਸੋਸ਼ਲਾਈਜੇਸ਼ਨ, ਜਿਹੜੀ ਬਰੀਡਿੰਗ ਉਹ ਬਹੁਤ ਪ੍ਰੋਪਰ ਹੋਣੀ ਚਾਹੀਦੀ। ਇੱਕ ਅਗਰੈਸਿਵ ਡੌਗ ਮੇਲ ਤੇ ਫੀਮੇਲ ਦੀ ਆਪਾਂ ਮੀਟਿੰਗ ਕਰਾਣੇ, ਜੈਨੇਟਿਕਲੀ ਬੱਚਾ ਅਗਰੈਸਿਵ ਹੋਊਗਾ। ਛੋਟੇ ਬੱਚਿਆਂ ਦੀ ਨਾ 6 ਤੋਂ 8 ਮਹੀਨੇ ਦੇ ਕਰੀਬ ਟ੍ਰੇਨਿੰਗ ਹੋ ਜਾਂਦੀ ਹੈ। ਜਦੋਂ ਆਪਾਂ ਪਪੀ ਲੈਣ ਲੱਗਦੇ ਹਾਂ, ਥੋੜ੍ਹੇ ਜਿਹੇ ਸੋਸ਼ਲਾਈਜੇਸ਼ਨ ਵਾਲੇ ਟੈਸਟ ਹੁੰਦੇ ਜਿਸ 'ਚ ਆਪਾਂ ਨੂੰ ਪਤਾ ਲੱਗ ਜਾਂਦਾ ਬੱਚਾ ਕਿਵੇਂ ਦਾ, ਡਰਪੋਕ, ਅਗਰੈਸਿਵ ਆ ਕਿ ਕੰਪੈਨੀਅਨ ਵਧੀਆ। ਜਿਹੜੇ ਚੰਗੇ ਕੰਪੈਨੀਅਨ ਆ ਉਹਨਾਂ 'ਤੇ ਆਪਾਂ ਨੂੰ ਜ਼ੋਰ ਘੱਟ ਲਾਉਣਾ ਪੈਂਦਾ ਸਮਝਾਉਣ ਵਾਸਤੇ। ਜਿਹੜੇ ਜ਼ਿਆਦਾ ਅਗਰੈਸਿਵ ਛੋਟੇ ਹੋਣ 'ਤੇ ਹੀ ਹੋਣਗੇ ਉਹਨਾਂ ਨੂੰ ਥੋੜ੍ਹੀ ਟ੍ਰੇਨਿੰਗ ਜ਼ਿਆਦਾ ਵਧੀਆ ਚਾਹੀਦੀ ਹੁੰਦੀ। ਬਟ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਜ਼ਿਆਦਾ ਸਮਝਦਾਰ ਹਾਂ ਡੌਗਸ ਤੋਂ, ਅਤੇ ਅਸੀਂ ਉਹਨਾਂ ਨੂੰ ਟ੍ਰੇਨ ਤਾਂ ਕਰ ਹੀ ਸਕਦੇ ਹਾਂ, ਬਟ ਥੋੜ੍ਹਾ ਖਿਆਲ ਨਾਲ ਕਿ ਆਪਾਂ ਜਦੋਂ ਕਿਸੇ ਨੂੰ ਗਲਤ ਸਿਖਾ ਰਹੇ ਹਾਂ ਤਾਂ ਇਹਨੇ ਗਲਤ ਹੀ ਕਰਨਾ। ਫਿਰ ਨਾਮ ਡੌਗ 'ਤੇ ਲਾ ਦੇਣਾ ਵੀ ਉਹ ਅਗਰੈਸਿਵ ਹੈ, ਜਦੋਂ ਗਲਤੀ ਸਾਡੀ ਆਪਣੀ ਹੋਏ, ਉਹ ਠੀਕ ਨਹੀਂ। ਮਤਲਬ ਫਿਰ ਜਿਸ ਤਰ੍ਹਾਂ ਹੁਣ ਜੇਕਰ ਕਿਸੇ ਨੇ ਘਰ 'ਚ ਪਿਟਬੁਲ ਜਾਂ ਅਮਰੀਕਨ ਬੁਲੀ ਰੱਖਿਆ ਹੋਇਆ, ਜੇ ਉਹਨਾਂ ਨੂੰ ਟ੍ਰੇਨ ਕਰ ਲੈਣ ਤਾਂ ਮਤਲਬ ਉਹ ਖਤਰਾ ਨਹੀਂ ਹੋਏਗਾ? ਬਿਲਕੁਲ ਵੀ ਨਹੀਂ ਜੀ। ਜਿਹੜਾ ਇੱਕ ਡੌਗ ਜਿਹਨੂੰ ਪਤਾ ਕਿ ਮੈਂ ਕਿਵੇਂ ਬਿਹੇਵ ਕਰਨਾ ਇੱਕ ਸੋਸ਼ਲ ਸਰਕਲ 'ਚ, ਉਹ ਬਹੁਤ ਹੀ ਚੰਗਾ ਕੰਪੈਨੀਅਨ ਹੁੰਦਾ, ਤੁਹਾਡੀ ਲਾਈਫ ਵਾਸਤੇ ਚੰਗਾ ਹੁੰਦਾ, ਤੁਹਾਡੇ ਬਲੱਡ ਪ੍ਰੈਸ਼ਰ ਵਾਸਤੇ ਚੰਗਾ ਹੁੰਦਾ, ਤੁਹਾਡੀ ਯਾਰੀ ਦੋਸਤੀ ਵਾਸਤੇ ਚੰਗਾ ਹੁੰਦਾ, ਉਹ ਨੁਕਸਾਨ ਨਹੀਂ ਕਰਦਾ ਜੀ। 40 ਕੰਟਰੀਜ਼ ਨੇ ਵੀ ਇਹਨੂੰ ਬੈਨ ਕੀਤਾ ਹੋਇਆ ਹੈ, 40 ਕੰਟਰੀਜ਼ ਵਿੱਚ ਅਲਾਉਡ। ਇਹ ਬੈਂਡ ਹੈਗਾ, ਅਗੇਨ ਰੀਜ਼ਨਸ ਆਪਣੀਆਂ ਗਲਤੀਆਂ। ਥੋੜ੍ਹੀ ਦੇਰ ਪਹਿਲਾਂ ਤੱਕ ਰੌਟਵੀਲਰ ਵੀ ਬੈਨ ਹੋਇਆ ਸੀ, ਥੋੜ੍ਹੀ ਉਸ ਤੋਂ ਪਹਿਲਾਂ ਜਰਮਨ ਸ਼ੈਫਰਡ ਵੀ ਬੈਨ ਹੋਇਆ ਸੀ। ਬੈਨ ਹੋਣਾ ਚਾਹੀਦਾ ਜਿਹੜੇ ਬੰਦਿਆਂ ਨੂੰ ਰੱਖਣ ਦੀ ਜਾਂਚ ਨਹੀਂ ਹੈ ਡੌਗ, ਉਹਨਾਂ 'ਤੇ। ਕਿੰਨੇ ਜੇਕਰ ਕਿਸੇ ਓਨਰ ਨੇ ਡੌਗ ਲੈਣਾ ਹੈ ਤਾਂ ਪਹਿਲੇ ਉਹਦੀ ਟ੍ਰੇਨਿੰਗ ਹੋਏ। ਬਿਲਕੁਲ, ਸਵਿਟਜ਼ਰਲੈਂਡ 'ਚ ਯੂ ਹੈਵ ਟੂ ਗਿਵ ਅ ਪੇਪਰ, ਤੁਹਾਨੂੰ ਪੇਪਰ ਦੇਣਾ ਪੈਂਦਾ ਕਿ ਅਸੀਂ ਇਸ ਕਾਬਲ ਵੀ ਹੈਗੇ ਡੌਗ ਰੱਖਣੇ ਕਿ ਨਹੀਂ। ਆਪਣੇ ਦੇਸ਼ 'ਚ ਵੀ ਉਹ ਟਾਈਮ ਆਊਗਾ। ਆਪਣੇ ਦੇਸ਼ ਜਿਵੇਂ ਹੁਣ ਆਪਾਂ ਅਡੋਪਸ਼ਨ ਕਰਦੇ ਹਾਂ ਬੱਚੇ ਦੀ, ਜਿੰਨੀ ਫਾਰਮੈਲਿਟੀਜ਼ ਹੁੰਦੀਆਂ ਬਾਹਰਲੇ ਦੇਸ਼ਾਂ 'ਚ ਜੇ ਆਪਾਂ ਅਡੋਪਸ਼ਨ ਕਰਨੀ ਹੈ ਡੌਗ ਦੀ, ਉਨੀ ਫਾਰਮੈਲਿਟੀਜ਼ ਹੁੰਦੀਆਂ। ਇੱਥੇ ਤਾਂ ਕੋਈ ਵੀ ਵੇਚ ਸਕਦਾ ਤੇ ਕੋਈ ਵੀ ਖਰੀਦ ਸਕਦਾ, ਤੇ ਨਾਂ ਲੱਗ ਜਾਂਦਾ ਕਿ ਡੌਗ ਗਲਤ ਹੈ। ਗਲਤੀ ਕਿਤੇ ਨਾ ਕਿਤੇ ਸਿਸਟਮ 'ਚ ਹੀ ਹੈ। ਗਲਤੀ ਹਮੇਸ਼ਾ ਹੀ ਇਨਸਾਨ ਦੀ ਹੁੰਦੀ ਹੈ। ਡੌਗ ਤਾਂ ਬੇਜ਼ਬਾਨ ਹੈ ਵਿਚਾਰਾ, ਰੱਬ ਨੇ ਬਣਾ ਕੇ ਭੇਜਿਆ, ਅਸੀਂ ਹੀ ਗਲਤ ਕਰ ਰਹੇ ਹਾਂ ਉਹਦੇ ਨਾਲ। ਫਿਰ ਅਸੀਂ ਆਪਣੀ ਗਲਤੀ ਦੀ ਸਜ਼ਾ ਉਹਨੂੰ ਹੀ ਦੁਬਾਰਾ ਦੇ ਦਈਏ, ਉਹ ਗਲਤ ਆ। ਔਰ ਜਿਹਨਾਂ ਦਾ ਪਿਆਰ ਪਿਆ ਹੋਇਆ, ਮੈਨੂੰ ਲੱਗਦਾ ਉਹਨਾਂ ਲਈ ਬਹੁਤ ਔਖਾ ਹੋਣ ਵਾਲਾ ਹੈ। ਜਿਹੜਾ ਹੁਣ ਦੇਖੋ ਅਗੇਨ ਜਿਹੜਾ ਆਰਡਰ ਹੈ ਬਹੁਤ ਚੰਗਾ ਆਰਡਰ ਹੈ, ਬਟ ਇਟ ਸ਼ੁੱਡ ਬੀ ਅਗੇਂਸਟ ਐਗਰੈਸਿਵ ਡੌਗਸ, ਨਾਟ ਅ ਬਰੀਡ। ਬਰੀਡ ਦੇ ਵਿੱਚ ਬਹੁਤ ਚੰਗੇ ਡੌਗਸ ਆ ਜੀ, ਬਹੁਤ ਚੰਗੇ ਡੌਗਸ ਹੈ, ਬਹੁਤ ਪਿਆਰ ਕਰਨ ਵਾਲੇ ਡੌਗਸ ਹੈ, ਸਾਨੂੰ ਮਿਲਣ ਆਉਂਦੇ, ਉਹ ਇੰਨੇ ਪਿਆਰ ਨਾਲ ਮਿਲਦੇ, ਉਹ ਜਿੰਨਾ ਕੁ ਗੋਲਡਨ ਰਿਟਰੀਵਰ ਪਿਆਰ ਨਾਲ ਮਿਲਦਾ। ਫਿਰ ਉਹ ਬਰੀਡ ਦੇ ਜਦੋਂ ਆਪਾਂ ਬੈਨ ਲਾਉਂਦੇ ਤੇ ਉਹਨਾਂ 'ਤੇ ਬੈਨ ਲੱਗਦਾ, ਉਹ ਸਾਡਾ ਦਿਲ ਵੀ ਦੁਖੂਗਾ ਕਿ ਵੀ ਇਹ ਬੱਚਿਆਂ ਦਾ ਕੀ ਕਸੂਰ ਸੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਜਾਣਕਾਰੀ ਸਾਡੇ ਨਾਲ ਔਰ ਦਰਸ਼ਕਾਂ ਨਾਲ ਸਾਂਝੀ ਕਰਨ। ਮੋਸਟ ਵੈਲਕਮ ਜੀ। ਸੋ ਇਹ ਸਾਡੇ ਨਾਲ ਲੁਧਿਆਣਾ ਤੋਂ ਵੈਟਸ ਫॉर ਪੈਟਸ ਤੋਂ ਡਾਕਟਰ ਜਸਪ੍ਰੀਤ ਪਹੁੰਚ, ਜਿਨ੍ਹਾਂ ਨੇ ਦੱਸਿਆ ਕਿ ਇੱਕ ਡੌਗ ਜਦੋਂ ਐਗਰੈਸਿਵ ਹੁੰਦਾ ਹੈ ਤਾਂ ਉਹਦੀ ਪਿਛੋਕੜ ਦੇ ਨਾਲ ਕਿਸੇ ਐਟਮੋਸਫੇਅਰ ਦੇ ਵਿੱਚ, ਕਿਸੇ এনवायरमेंट ਵਿੱਚ ਉਹਨੂੰ ਰੱਖ ਰਹੇ ਹੋ ਤਾਂ ਉਹਦਾ ਬਿਹੇਵੀਅਰ ਉਸ ਅਕੋਰਡਿੰਗ ਮੈਟਰ ਕਰਦਾ ਹੈ। ਹਾਲਾਂਕਿ ਪੂਰੇ ਬਲੈਂਕਟ ਨੂੰ, ਪੂਰੀ ਬਰੀਡ ਨੂੰ ਜੇਕਰ ਤੁਸੀਂ ਮਨਾ ਕਰ ਦਿੰਦੇ ਹੋ ਤਾਂ ਇਹ ਗਲਤ ਹੈ। ਉਹਨਾਂ ਡੌਗਸ ਤੇ ਬੈਨ ਲਗਾਓ ਜਾਂ ਫਿਰ ਲੋਕਾਂ ਨੂੰ ਟ੍ਰੇਨਿੰਗ ਦਿਓ ਕਿ ਕਿਸ ਤਰ੍ਹਾਂ ਡੌਗਸ ਨੂੰ ਪਾਲਿਆ ਜਾਣਾ ਚਾਹੀਦਾ, ਤਾਂ ਇਹ ਪੂਰੀ ਬਰੀਡ ਹੈ ਉਸ ਨੂੰ ਨਹੀਂ ਰੋਕਣਾ ਚਾਹੀਦਾ, ਬੈਨ ਨਹੀਂ ਕਰਨਾ ਚਾਹੀਦਾ। ਉਹਨਾਂ 'ਤੇ ਰੋਕ ਲਗਾਉਣੀ ਚਾਹੀਦੀ ਹੈ ਜਿਹੜੇ ਐਗਰੈਸਿਵ ਡੌਗਸ ਹੈ, ਤਾਂ ਕਿ ਜੇਕਰ ਤੁਹਾਨੂੰ ਖਤਰਾ ਹੈ ਤਾਂ ਐਗਰੈਸਿਵ ਡੌਗਸ ਤੋਂ ਹੈ, ਪੂਰੀ ਬਰੀਡ ਤੋਂ ਨਹੀਂ ਹੈ। ਤਾਂ ਇਹ ਸੀ ਅੱਜ ਦੀ ਰਿਪੋਰਟ। ਕੈਮਰਾ ਪਰਸਨ ਹਰਦੀਪ ਦੇ ਨਾਲ ਜਸਤੂਰ ਤਵਨ, ਡੇਲੀ ਪੋਸਟ ਪੰਜਾਬੀ, ਲੁਧਿਆਣਾ।